ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਗੱਲ ਕਰਾਂਗੇ ਜੀ ਤੁਹਾਡੇ ਮੋਸਟ ਫੇਵਰਿਟ ਸਟੱਡੀ ਡੈਸਟੀਨੇਸ਼ਨ ਬਾਰੇ, that is Canada. How to apply Canada student visa in 2022. This video is divided in 3 parts with one bonus step towards the end. Please watch it carefully. It can change your visa status. First and most important thing is your eligibility. ਜਿਹੜੇ ਕਾਲਜ ਜਾਂ ਜਿਹੜੀ ਯੂਨੀਵਰਸਿਟੀ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਤੁਸੀਂ ਉਹਦੇ ਲਈ ਐਲੀਜੀਬਲ ਹੋ। ਉਹਨਾਂ ਦੀ ਵੈਬਸਾਈਟ ਖੋਲੋ, ਆਪਦਾ ਕੋਰਸ ਦੇਖੋ ਕਿਹੜਾ ਕੋਰਸ ਆ, ਉਹਦੇ ਥੱਲੇ ਰਿਕੁਆਇਰਮੈਂਟਸ ਲਿਖੀਆਂ ਹੁੰਦੀਆਂ। ਤੁਸੀਂ ਰਿਕੁਆਇਰਮੈਂਟਸ ਦੇਖੋ, ਐਲੀਜੀਬਲ ਹੋ। 90% ਆਫ ਦਾ ਯੂਨੀਵਰਸਿਟੀ ਜਾਂ ਕਾਲਜ ਦੀ ਸੇਮ ਰਿਕੁਆਇਰਮੈਂਟ ਹੁੰਦੀ ਹੈ, ਜੋ ਕਿ ਜੇ ਬੱਚਾ +2 ਪਾਸ ਆ ਉਹਦੀ 60% ਮਾਰਕਸ ਹੋਣੇ ਚਾਹੀਦੇ ਆ, 6.5 ਬੈਂਡ ਓਵਰਆਲ, ਨਾਟ ਲੈਸ ਦੈਨ 6 ਐਂਡ ਆਇਲਸ ਹੋਣਾ ਚਾਹੀਦਾ। ਸਟੱਡੀ 'ਚ ਗੈਪ ਨਹੀਂ ਹੋਣਾ ਚਾਹੀਦਾ, ਕਿਉਂਕਿ ਗੈਪ ਇੱਕ ਜਸਟੀਫਾਈ ਕਰਨਾ ਹੀ ਬੜਾ ਔਖਾ ਕਿ ਗੈਪ ਤੁਹਾਡੀ ਸਟੱਡੀ 'ਚ ਹੈ ਕਿਉਂ। ਇੰਟੈਂਟ ਨਹੀਂ ਕਲੀਅਰ ਹੁੰਦਾ। ਮੇਨ ਜਿਹੜਾ ਵੀਜ਼ਾ ਸਕਸੈਸ ਆ ਜਾਂ ਰਿਜੈਕਸ਼ਨ ਆ, ਉਹ ਤੁਹਾਡੇ ਇੰਟੈਂਟ 'ਤੇ ਆ ਕਿ ਤੁਸੀਂ ਜ਼ਿਆਦਾਤਰ ਦੇਖਿਓ ਰਿਫਿਊਜ਼ਲ ਕੇਸਿਸ 'ਚ ਲਿਖਿਆ ਹੁੰਦਾ ਕਿ ਤੁਸੀਂ ਵਾਪਸ ਨਹੀਂ ਆਓਗੇ, ਵੀ ਆਰ ਨਾਟ ਸ਼ੋਰ ਦੈਟ ਯੂ ਵਿਲ ਕਮ ਬੈਕ। ਉਹ ਕਿਉਂ ਆ? ਕਿਉਂਕਿ ਤੁਹਾਡਾ ਇੰਟੈਂਟ ਨਹੀਂ ਕਲੀਅਰ। ਜੇ ਹੁਣ ਬੱਚਾ +2 ਪਾਸ ਆ, ਉਹਦੇ 60% ਮਾਰਕਸ ਵੀ ਨੇ, 6.5 ਬੈਂਡ ਓਵਰਆਲ ਆਇਲਸ ਨੇ, ਨਾਟ ਲੈਸ ਦੈਨ 6 ਨੇ, SDS ਕੇਸ ਅਪਲਾਈ ਕਰ ਰਿਹਾ, ਪਰ ਉਹ ਬੱਚਾ 2018 ਪਾਸ ਆਊਟ ਆ ਜਾਂ ਸਮਝ ਲਓ 2019 ਪਾਸ ਆਊਟ ਆ। 2 ਸਾਲ ਬੱਚੇ ਨੇ ਕੀ ਕੀਤਾ? ਜੇ 2 ਸਾਲ ਉਹਨੇ ਕੁਛ ਨਹੀਂ ਕੀਤਾ, ਉਹ ਗੈਪ ਆ, ਤੇ ਹੁਣ ਉਹ ਅਪਲਾਈ ਕਰਨਾ ਚਾਹ ਰਿਹਾ, ਦੈਟ ਮੀਨਸ ਕਿ ਹੀ ਇਜ਼ ਗੋਇੰਗ ਟੂ ਇਮੀਗ੍ਰੇਟ, ਤੇ ਉਹ ਉੱਥੇ ਪੜ੍ਹਨ ਨਹੀਂ ਜਾ ਰਿਹਾ, ਉਹ ਵਾਪਸ ਨਹੀਂ ਆਊਗਾ। ਤਾਂ ਕਰਕੇ ਇੰਟੈਂਟ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ। ਇਹੀ ਐਲੀਜੀਬਿਲਿਟੀ ਕ੍ਰਾਈਟੇਰੀਆ ਹੁੰਦੇ ਆ ਕਿ ਜੇ ਤੁਹਾਡੇ 60% ਨੇ, ਗੈਪ ਤੁਹਾਡਾ ਕੋਈ ਨਹੀਂ ਹੈਗਾ, 2021 ਪਾਸ ਆਊਟ ਹੋ, ਤੇ SOP ਤੁਸੀਂ ਈਜ਼ੀਲੀ ਜਸਟੀਫਾਈ ਕਰ ਰਹੇ ਹੋ ਕਿ ਤੁਸੀਂ ਸਿਰਫ ਪੜ੍ਹਨ ਚੱਲੇ ਹੋ, ਤੇ ਉਹਨਾਂ ਨੂੰ ਪਤਾ ਕਿ ਆ ਪੜ੍ਹਨ ਵਾਲਾ ਬੱਚਾ ਇਹਨੇ ਵਾਪਸ ਆ ਜਾਣਾ, ਪੜ੍ਹ ਲੈਣਾ ਆਪਦਾ, ਉੱਥੋਂ ਵਾਪਸ ਆ ਜਾਣਾ, ਉੱਥੇ ਵੀ ਵਧੀਆ ਪੜ੍ਹ ਲੂਗਾ, ਤੇ ਇਹ ਤੁਹਾਡਾ ਇੰਟੈਂਟ ਕਲੀਅਰ ਕਰਦਾ, ਉਹ ਵੀਜ਼ਾ ਐਕਸੈਪਟ ਹੋ ਜਾਂਦਾ। ਹੁਣ ਆਪਾਂ ਜੇ ਗੱਲ ਕਰੀਏ, ਗ੍ਰੈਜੂਏਟ ਆ ਇੱਕ ਬੱਚਾ, ਉਹਨੇ ਸਮਝ ਲਓ 4 ਸਾਲਾਂ ਦੀ ਇੱਥੋਂ ਇੰਜੀਨੀਅਰਿੰਗ ਕੀਤੀ ਆ, ਮਕੈਨੀਕਲ ਇੰਜੀਨੀਅਰ ਆ। ਉਹਦੇ ਤੋਂ ਬਾਅਦ ਉਹਨੇ ਸੇਮ ਕਿਸੇ ਟਰੈਕਟਰ ਦੀ ਕੰਪਨੀ 'ਚ ਜਾਂ ਕਿਸੇ ਗੱਡੀਆਂ ਦੀ ਕੰਪਨੀ 'ਚ ਜਾਂ ਹੋਰ ਵੀ ਕੋਈ ਮਕੈਨੀਕਲ ਉਹਨੇ ਜੌਬ ਕੀਤੀ ਆ, ਟੈਕਨੀਕਲ ਜੌਬ ਕੀਤੀ ਆ। 2 ਸਾਲ ਦਾ ਐਕਸਪੀਰੀਅੰਸ ਆ, 3 ਸਾਲ ਦਾ ਐਕਸਪੀਰੀਅੰਸ ਆ, ਚਾਹੇ 6 ਸਾਲਾਂ ਦਾ ਐਕਸਪੀਰੀਅੰਸ ਆ, ਬਹੁਤ ਚੰਗੀ ਤਰ੍ਹਾਂ ਜਸਟੀਫਾਈਡ ਆ ਉਹਦਾ। ਉਹ ਯੂਨੀਵਰਸਿਟੀ ਵੀ ਐਕਸੈਪਟ ਕਰੂਗੀ ਉਹਨੂੰ ਕੈਨੇਡਾ, ਪਲੱਸ ਉਹਦਾ ਵੀਜ਼ਾ ਐਕਸੈਪਟੈਂਸ ਰੇਟ ਮੋਰ ਦੈਨ 90% ਹੋਊਗਾ, ਕਿਉਂਕਿ ਉਹਦੀ ਪ੍ਰੋਫਾਈਲ ਦਾ ਇੰਟੈਂਟ ਕਲੀਅਰ ਆ। ਉਹ ਬੰਦੇ ਨੇ ਸੇਮ ਫੀਲਡ 'ਚ ਕੰਮ ਕੀਤਾ, ਪੜ੍ਹਿਆ, ਸੇਮ ਫੀਲਡ 'ਚ ਕੰਮ ਕੀਤਾ, ਉਦੋਂ ਬਾਅਦ ਦੁਬਾਰਾ ਅੱਗੇ ਪੜ੍ਹਨਾ ਚਾਹੁੰਦਾ ਸੇਮ ਫੀਲਡ 'ਚ ਹੀ। ਇਹ ਚੀਜ਼ਾਂ ਜ਼ਰੂਰੀ ਨੇ ਜੀ। 60% ਜੇ ਗ੍ਰੈਜੂਏਟ ਆ ਬੱਚਾ, 60% ਬੈਚਲਰਸ 'ਚੋਂ ਹੈਗੇ ਆ ਉਹਨਾਂ ਦੇ, 6.5 ਬੈਂਡਸ ਤੁਸੀਂ ਇੰਗਲਿਸ਼ ਆਪਦੀ ਚੰਗੀ ਤਰ੍ਹਾਂ ਦੱਸ ਸਕਦੇ ਹੋ ਕਿ ਮੈਂ ਬੋਲ ਸਕਦਾ, ਤੇ ਉਦੋਂ ਬਾਅਦ ਗੈਪ ਜਸਟੀਫਾਈਡ ਆ ਤੁਹਾਡਾ ਵੈਲ, ਤੇ ਕੋਈ ਨਹੀਂ ਰੋਕ ਸਕਦਾ ਜੀ ਤੁਹਾਡਾ ਵੀਜ਼ਾ ਨਾ ਆਵੇ। ਉਦੋਂ ਬਾਅਦ ਤੀਜੀ ਕੈਟਾਗਰੀ ਦਾ ਬੱਚਾ ਆ ਗਿਆ ਜੀ, ਜੇ ਪੋਸਟ ਗ੍ਰੈਜੂਏਟ ਆ, ਤੇ ਇਹ ਬਹੁਤ ਵਾਰੀ ਦੇਖਿਆ ਜੀ। ਕਈ ਵਾਰੀ ਪੋਸਟ ਗ੍ਰੈਜੂਏਟ ਬੱਚੇ ਨੇ ਇੱਥੋਂ ਸਮਝ ਲਓ MBA ਕੀਤੀ ਆ, ਪਹਿਲਾਂ ਉਹਨੇ ਬੈਚਲਰਸ ਕੀਤੀ, ਹੁਣ ਮਾਸਟਰਸ ਉਹਨੇ MBA ਕਰ ਲਈ, ਆਪਦੀ 2 ਸਾਲ ਲਾ ਕੇ MBA ਕਰ ਲਈ, ਅੱਗੇ ਡਿਪਲੋਮਾ ਦਾ ਕੋਰਸ ਲਾ ਰਹੇ ਆ, ਕੋਈ 1 ਸਾਲ ਦਾ ਜਾਂ ਕੋਈ 2 ਸਾਲਾਂ ਦਾ, ਫਿਰ ਉਹੀ ਚੀਜ਼ ਕਰਨ ਦਾ। ਉਹਦਾ ਵੀ ਜਸਟੀਫਿਕੇਸ਼ਨ ਦੇਣੀ ਬਹੁਤ ਜ਼ਰੂਰੀ ਆ। ਤੁਹਾਡੇ ਠੀਕ ਆ, ਤੁਹਾਡੇ ਨੰਬਰ ਹੈਗੇ ਆ, ਤੁਹਾਡੇ 60% ਨੇ, ਤੁਹਾਡੇ 65% ਨੇ ਨੰਬਰ ਤੁਹਾਡੇ ਹੈਗੇ ਆ, ਤੁਸੀਂ ਆਇਲਸ 'ਚ ਬੈਂਡ ਵੀ ਲੈ ਲੇ, ਪਰ ਜੇ ਤੁਹਾਡਾ ਜਸਟੀਫਾਈ ਨਹੀਂ ਕਰ ਸਕਦੇ, ਇੰਟੈਂਟ ਨਹੀਂ ਕਲੀਅਰ। ਇੰਟੈਂਟ ਇਜ਼ ਦ ਮੋਸਟ ਇੰਪੋਰਟੈਂਟ ਵਰਡ ਦੈਟ ਯੂ ਹੈਵ ਟੂ ਟੇਕ ਇਟ ਵਿਦ ਯੂ, ਕਿ ਤੁਹਾਡਾ ਇੰਟੈਂਟ ਕਲੀਅਰ ਹੋਣਾ ਚਾਹੀਦਾ ਕਿ ਮੈਂ ਪੜ੍ਹਨ ਨਹੀਂ ਚੱਲਿਆ। ਤੁਹਾਡੇ ਕੋਲੇ ਠੀਕ ਆ, ਤੁਹਾਡੇ ਕੋਲੇ ਹੋਰ ਵੀ ਕਈ ਰਸਤੇ ਆ ਜਾਣ ਦੇ। ਕੋਈ ਪੋਸਟ ਗ੍ਰੈਜੂਏਟ ਬੱਚਾ, ਉਹਦੇ ਮੈਨੂੰ ਲੱਗਦਾ ਕਿ ਉਹਦੇ ਐਕਸਪ੍ਰੈਸ ਐਂਟਰੀ ਦੇ ਪੁਆਇੰਟ ਕਲੀਅਰ ਹੋ ਸਕਦੇ ਆ ਜੇ 778 ਲੈ ਲੈਂਦੇ ਆ। ਪਰ ਇੱਥੇ ਇੰਟੈਂਟ ਜੇ ਤੁਹਾਡਾ ਸਟੱਡੀ ਵੀਜ਼ਾ ਦਾ, ਤੇ ਯੂ ਹੈਵ ਟੂ ਕਲੀਅਰ ਇਨ ਯੂਰ SOP ਕਿ ਤੁਹਾਡਾ ਇੰਟੈਂਟ ਸਿਰਫ ਪੜ੍ਹਨ ਦਾ, ਕਿਉਂਕਿ ਤੁਸੀਂ ਪੋਸਟ ਗ੍ਰੈਜੂਏਟ ਸਮਝੋ MBA ਕਰ ਲਈ ਕਿਸੇ ਨੇ, ਤੇ ਉਦੋਂ ਬਾਅਦ ਵਰਕ ਐਕਸਪੀਰੀਅੰਸ ਲੈ ਲਿਆ 2-3 ਸਾਲਾਂ ਦਾ। ਹੁਣ ਤੁਸੀਂ ਅੱਗੇ ਕੀ ਕਰਨ ਜਾਣਾ ਜੀ? ਮੈਂ ਐਗਜ਼ੀਕਿਊਟਿਵ MBA ਕਰਨ ਜਾਣਾ, ਠੀਕ ਆ, ਵਰਕ ਐਕਸਪੀਰੀਅੰਸ ਤੋਂ ਬਾਅਦ, ਤਾਂ ਕਿ ਮੈਂ ਇੱਥੇ ਆ ਕੇ ਕੋਈ MNC 'ਚ ਕੰਮ ਕਰ ਸਕਾਂ, ਕਿਸੇ ਚੀਜ਼ ਲਈ ਕਰ ਸਕਾਂ। ਇਹ ਵੈਲ ਜਸਟੀਫਾਈਡ ਹੋਣਾ ਚਾਹੀਦਾ, ਤੇ ਮੋਸਟ ਇੰਪੋਰਟੈਂਟ ਚੀਜ਼ ਆ ਇਹ। ਇਹਨੂੰ ਨਾ ਕਦੇ ਛੱਡਿਓ, ਕਿਸੇ ਦੇ ਪਿੱਛੇ ਲੱਗਣ ਦੀ ਲੋੜ ਨਹੀਂ ਤੁਹਾਨੂੰ ਕਿ ਉਹਨੇ ਜੀ ਮੇਰਾ ਉੱਥੋਂ ਦਿਖਾਤਾ ਐਕਸਪੀਰੀਅੰਸ, ਉੱਥੋਂ ਦਿਖਾਤਾ, ਫਾਈਲ ਤੁਹਾਡੀ ਖਰਾਬ ਹੋ ਰਹੀ ਹੈ, ਕਿਸੇ ਦਾ ਕੁਛ ਨਹੀਂ ਹੈ। Second thing is choose your course wisely.
ਜਿੱਥੇ ਮੋਸਟ ਸਟੂਡੈਂਟਸ ਗਲਤੀ ਕਰ ਜਾਂਦੇ ਆ, ਕੇਅਰ ਫਰੀ ਹੋ ਜਾਂਦੇ ਆ, ਤੇ ਕੰਸਲਟੈਂਟ ਕੋਲੇ ਕੇਸ ਦੇ ਕੇ ਕਿ ਜੋ ਕੰਸਲਟੈਂਟ ਨੇ ਦੇ ਆਫਰ ਕਰਤਾ ਸਾਨੂੰ ਕੋਰਸ ਉਹ ਬਹੁਤ ਵਧੀਆ, ਉਹ ਕਾਲਜ ਬਹੁਤ ਵਧੀਆ। 5-10 ਮਿੰਟ ਲੱਗਦੇ ਆ ਤੁਹਾਡੇ ਗੂਗਲ ਤੇ, ਅੱਜ ਕੱਲ੍ਹ ਸਾਰਾ ਕੁਝ ਤੁਹਾਡੇ ਕੋਲੇ ਹੈਗਾ। ਗੂਗਲ ਤੇ ਸਰਚ ਕਰੋ ਕਿ ਆਹ ਜਿਹੜਾ ਕੋਰਸ ਹੈਗਾ, ਸਮਝ ਲਓ ਕਿ ਕਿਸੇ ਆਰਟਸ ਵਾਲੇ ਬੱਚਾ, ਕਿਸੇ ਨੇ +2 ਕੀਤੀ ਆ, ਉਹਨੂੰ ਕੋਰਸ ਦਿੱਤਾ ਜੀ ਆਪਰੇਸ਼ਨਸ ਮੈਨੇਜਮੈਂਟ ਦਾ, ਜਾਂ ਉਹਨੂੰ ਕੋਈ ਟੈਕਨੀਕਲ ਕੋਰਸ ਦਿੱਤਾ ਜਿਹੜਾ ਉਹ ਬੱਚੇ ਨੇ ਆਪਦੇ +2 ਸੁਣਿਆ ਤੱਕ ਨਹੀਂ ਉਹ ਵਰਡ, ਤੇ ਉਹ ਕੋਰਸ ਬੱਚੇ ਨੂੰ ਦੇ ਦਿੱਤਾ ਜਾਂਦਾ ਤੇ ਬਾਅਦ 'ਚ ਉਹਨੂੰ ਪਤਾ ਲੱਗਦਾ ਰਿਫਿਊਜ਼ਲ ਆਏ ਤੇ ਕਿ ਮੇਰਾ ਕੋਰਸ ਗਲਤ ਸੀਗਾ। 1-2 ਮਿੰਟ ਲੱਗਣਗੇ ਤੁਹਾਨੂੰ, ਜਸਟ ਸਰਚ ਕਰੋ ਕਿ ਆਹ ਕੋਰਸ ਮੇਰੇ ਲਈ ਠੀਕ ਆ। ਜੇ ਕੋਈ ਆਰਟਸ ਦਾ ਬੱਚਾ ਤੇ ਉਹਨੂੰ ਕੋਈ ਹੋਟਲ ਮੈਨੇਜਮੈਂਟ ਦਾ ਕੋਰਸ ਹੈਗਾ, ਠੀਕ ਆ, ਜਸਟੀਫਾਈਡ ਆ, ਚਾਹੇ ਮੈਨੇਜਮੈਂਟ ਦਾ ਹੈਗਾ ਬਟ ਉਹ ਜਸਟੀਫਾਈਡ ਆ, ਉਹਦੀ ਸਟੱਡੀਜ਼ ਜਸਟੀਫਾਈਡ ਨੇ, ਉਹਨੇ ਕੋਈ ਆਪਸ਼ਨਲ ਸਬਜੈਕਟ ਇਹੋ ਜਿਹਾ ਲਿੱਤਾ ਸੀ ਜਿਹੜਾ ਜਸਟੀਫਾਈ ਕਰਦਾ। ਜ਼ਰੂਰੀ ਨਹੀਂ ਕਿ ਕਾਮਰਸ ਦਾ ਤੇ ਇਹੀ ਕੋਰਸ ਲੈਣੇ ਆ, ਬਟ ਉਹ ਜਸਟੀਫਾਈ ਕਰਨੇ ਚਾਹੀਦੇ ਆ। ਤੁਹਾਡੀ ਪ੍ਰੋਫਾਈਲ ਜਸਟੀਫਾਈ ਕਰਨੀ ਚਾਹੀਦੀ ਹੈ ਕਿ ਇਹਨੇ ਆਪਸ਼ਨਲ ਸਬਜੈਕਟ ਲਿਆ ਸੀ, ਇਹਦਾ ਇੰਟਰਸਟ ਉੱਧਰ ਆ ਤੇ ਆਹੀ ਉਹ ਕੋਰਸ ਲੈ ਰਿਹਾ। ਉਦੋਂ ਬਾਅਦ ਜਦੋਂ ਤੁਹਾਡੀ ਕੋਰਸ ਸਿਲੈਕਸ਼ਨ ਹੋ ਗਈ ਤੇ ਉਦੋਂ ਬਾਅਦ ਸੈਕੰਡ ਚੀਜ਼ ਆ ਜਾਂਦੀ ਆ ਕਿ ਤੁਸੀਂ ਕਾਲਜ ਕਿਹੜਾ ਸਿਲੈਕਟ ਕਰ ਰਹੇ ਹੋ, ਯੂਨੀਵਰਸਿਟੀ ਕਿਹੜੀ ਸਿਲੈਕਟ ਕਰ ਰਹੇ ਹੋ। ਕੰਸਲਟੈਂਟ ਨੇ ਦੇਤੀ, ਬਹੁਤ ਵਧੀਆ ਕੰਸਲਟੈਂਟ ਆ ਜਿਹਦੇ ਕੋਲੇ ਤੁਸੀਂ ਜਾ ਰਹੇ ਹੋ, ਤੁਸੀਂ ਉਹਨਾਂ ਦੇ ਟਰਸਟ ਕਰ ਰਹੇ ਹੋ, ਪਰ 2 ਮਿੰਟ ਲੱਗਣਗੇ। ਇੱਕ ਵਾਰੀ ਸਰਚ ਕਰਕੇ ਤਾਂ ਦੇਖੋ ਕਾਲਜ ਕਿਹੜਾ, ਯੂਨੀਵਰਸਿਟੀ ਕਿਹੜੀ ਆ, ਪਬਲਿਕ ਫੰਡਡ ਆ, ਪ੍ਰਾਈਵੇਟ ਫੰਡਡ ਆ। ਪ੍ਰਾਈਵੇਟ ਵੀ ਬਹੁਤ ਵਧੀਆ ਹੁੰਦੇ ਆ ਬਟ ਉਹਨਾਂ ਦੀ ਰੈਪੋ ਕੀ ਆ, ਉਹਨਾਂ ਦੇ ਰਿਵਿਊਜ਼ ਦੇਖੋ, ਪੜ੍ਹ ਕੇ ਤੁਹਾਨੂੰ ਕਮਿਊਨਿਟੀ ਦਾ ਪਤਾ ਲੱਗੂਗਾ, ਤੁਹਾਨੂੰ ਕਾਲਜ ਦਾ ਪਤਾ ਲੱਗੂਗਾ ਕਿਸ ਤਰ੍ਹਾਂ ਦੀ ਪੜ੍ਹਾਈ ਆ। ਕਿਉਂਕਿ ਅਕਸਰ ਨੂੰ ਜਾਂ ਤਾਂ ਆਪਾਂ ਪੜ੍ਹ ਨਹੀਂ ਰਹੇ ਹਾਂ, ਪੜ੍ਹਨਾ ਜੇ ਉੱਥੋਂ ਵਧੀਆ ਪੜ੍ਹੋਗੇ ਤਾਂ ਜਾ ਕੇ ਕਿਤੇ ਤੁਹਾਡੀ ਜੌਬ ਲੱਗਣੀ ਆ, ਅੱਗੇ ਤੁਸੀਂ ਉਹਦੇ ਹਿਸਾਬ ਨਾਲ ਸੈਟਲ ਹੋਣਾ। ਇਸ ਕਰਕੇ ਕਾਲਜ ਤੇ ਕੋਰਸ ਆਪਾਂ ਦੇਖ ਕੇ ਸਿਲੈਕਟ ਕਰਨੇ ਆ, ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਕਿ ਹਾਂ ਇਹਨੇ ਦਿੱਤਾ ਤੇ ਠੀਕ ਹੀ ਆ। ਇਹ ਪਹਿਲਾਂ ਦੇਖੋ, ਆਪਦਾ ਪੜ੍ਹੋ। ਸਾਇੰਸ ਸਟਰੀਮ ਆ ਤੁਹਾਡੀ, ਤੁਸੀਂ ਦੇਖੋ ਕਿ ਮੈਨੂੰ ਹਾਂਜੀ ਸਾਇੰਸ ਦਾ ਮਿਲ ਰਿਹਾ ਕੋਰਸ, ਰਿਲੇਟਡ ਆ, ਕੋਈ ਸਾਈਕੋਲੋਜੀ ਦਾ ਮਿਲ ਰਿਹਾ, ਫਿਜ਼ੀਓਲੋਜੀ ਦਾ ਮਿਲ ਰਿਹਾ, ਕਾਹਦਾ ਮਿਲ ਰਿਹਾ ਕੋਰਸ, ਉਹ ਤੁਸੀਂ ਦੇਖਣਾ। ਉੱਥੇ ਇੰਜੀਨੀਅਰਿੰਗ ਕੀਤੀ ਆ, ਟੈਕਨੀਕਲ ਕੋਰਸ ਮਿਲਣਾ ਚਾਹੀਦਾ। ਇਹ ਚੀਜ਼ਾਂ ਤੁਹਾਡੀਆਂ ਨੇ ਟਾਈਮ 5-10 ਮਿੰਟ ਹੀ ਲੈਂਦੀਆਂ ਬਟ ਤੁਹਾਡੀ ਐਪਲੀਕੇਸ਼ਨ 'ਚ ਬਹੁਤ ਜ਼ਿਆਦਾ ਫਰਕ ਪਾਉਂਦੀਆਂ। ਨੈਕਸਟ ਜਿਹੜੀ ਚੀਜ਼ ਹੈਗੀ ਆ ਤੇ ਮੋਸਟ ਇੰਪੋਰਟੈਂਟ, ਉਹਨੂੰ ਵੀ ਕਵਾਂਗੇ ਕਿਉਂਕਿ ਉਹ ਹੈਗੀ ਆ ਜੀ ਤੁਹਾਡੀ SOP। ਤੁਹਾਡੀ ਫਾਈਲ ਨਹੀਂ ਜਾ ਰਹੀ, ਤੁਸੀਂ ਆਪ ਨਹੀਂ ਜਾ ਰਹੇ ਇੰਟਰਵਿਊ ਦੇਣ ਕੈਨੇਡਾ ਦੀ ਐਮਬੈਸੀ ਕੋਲੇ, ਤੁਹਾਡੀ ਜਸਟ ਇੱਕ ਪੇਪਰ ਜਾ ਰਹੇ ਆ ਤੁਹਾਡੇ, ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਬੱਚਾ ਇਹਦੇ 60% ਆਇਆ, ਇਹਦੇ 65% ਆਇਆ, ਜਾਂ ਇਹਦੇ 90% ਨੇ, ਬਹੁਤ ਵਧੀਆ ਪੜ੍ਹਦਾ ਬੱਚਾ, ਬਟ ਇਹਦਾ ਹੁਣ ਅੱਗੇ ਕੀ, ਇਹਨੇ ਕਰਨਾ ਕੀ ਆ, ਐਟ ਦੀ ਐਂਡ ਇਹਦਾ ਏਮ ਕੀ ਆ ਲਾਈਫ ਦਾ, ਉਹ ਤੁਹਾਡਾ ਕਲੀਅਰ ਹੋਣਾ SOP ਤੋਂ। SOP ਇਜ਼ ਜਸਟ ਲਾਈਕ ਯੂਰ ਇੰਟਰਵਿਊ, ਜਿਹੜੀ ਪ੍ਰੀਪੇਅਰਡ ਆ, ਤੁਹਾਨੂੰ ਟਾਈਮ ਮਿਲ ਰਿਹਾ ਉਹ ਲਿਖਣ ਨੂੰ, ਉਹਨੂੰ ਬੜੇ ਮਾਈਨਿਊਟਲੀ ਦੇਖੋ ਚੀਜ਼ਾਂ ਕਿ ਤੁਸੀਂ ਕੀ ਕੀ ਲਿਖਣੀਆਂ। ਤੁਸੀਂ ਇਹ ਦੱਸਤਾ ਉਹਦੇ 'ਚ ਕਿ ਤੁਸੀਂ ਕੈਨੇਡਾ ਹੀ ਕਿਉਂ ਚੂਜ਼ ਕਰ ਰਹੇ ਹੋ, ਤੁਸੀਂ ਇਹ ਕੋਰਸ ਹੀ ਕਿਉਂ ਚੂਜ਼ ਕਰ ਰਹੇ ਹੋ, ਜਾਂ ਤੁਸੀਂ ਆਹ ਕੋਰਸ ਚੂਜ਼ ਕਰਕੇ ਤੁਹਾਡੇ ਫਿਊਚਰ ਪਲਾਨਸ ਕੀ ਨੇ, ਉਹਦੇ ਜਸਟੀਫਾਈਡ ਹੈਗਾ। ਐਂ ਤਾਂ ਨਹੀਂ ਹੈਗਾ ਕਿ ਕਿਤੇ ਮੈਂ ਆਹ ਕੋਰਸ ਲੈ ਰਿਹਾ ਜੀ ਕਿਉਂਕਿ ਮੈਂ ਕੈਨੇਡਾ ਜਾਣਾ, ਜਾਂ ਆਹ ਕੋਰਸ ਲੈ ਰਿਹਾ ਇੰਟਰਸਟ ਕੋਈ ਨਹੀਂ, ਜਸਟ ਆਹ ਕੋਰਸ ਲੈ ਕੇ ਮੈਂ ਇੱਕ ਮਾਈਗਰੇਟ ਕਰਨ ਦਾ ਇਹਨੂੰ ਪ੍ਰੋਸੈਸ ਬਣਾਇਆ। ਇਹ ਚੀਜ਼ ਨਹੀਂ ਹੋਣੀ ਚਾਹੀਦੀ। ਜੇ ਜਿੱਥੋਂ ਇਹ ਚੀਜ਼ ਦੇਖੀ SOP 'ਚ ਉਹਨਾਂ ਨੂੰ ਕਿ ਸਿਰਫ ਪੜ੍ਹਨ ਨਹੀਂ ਆ ਰਿਹਾ ਬੱਚਾ, ਇਹਦਾ ਇੰਟੈਂਟ ਕੁਛ ਹੋਰ ਆ, ਉੱਥੇ ਤੁਹਾਡਾ ਵੀਜ਼ਾ ਰਿਜੈਕਟ ਹੋ ਜੂ। ਤਾਂ ਕਰਕੇ SOP 'ਚ ਜਸਟੀਫਾਈ ਹੋਣਾ ਚਾਹੀਦਾ। ਉਹ ਮੌਕਾ ਤੁਹਾਡੇ ਕੋਲੇ ਇੰਟਰਵਿਊ ਦਾ, ਇੰਟਰਵਿਊ ਹੀ ਆ, ਇੱਕ ਪੇਜ ਦੀ ਇੰਟਰਵਿਊ ਆ ਇੱਕ, ਉਹਨੂੰ ਕਲੀਅਰ ਕਰੋ, ਪੜ੍ਹਾਓ, ਆਪਦੇ ਟੀਚਰਸ ਨੂੰ ਪੜ੍ਹਾਓ। ਇੰਗਲਿਸ਼ ਪੜ੍ਹੇ ਹੋਣਗੇ, ਕੋਈ ਕਾਲਜ ਗਿਆ ਹੋਇਆ, ਕੋਈ ਪੋਸਟ ਗ੍ਰੈਜੂਏਟ ਆ, ਤੇ ਪੜ੍ਹਾਓ ਆਪਦੇ ਟੀਚਰਸ ਨੂੰ ਕਿ ਆਹ ਮੇਰਾ ਠੀਕ ਆ, ਕੀ ਸਮਝ ਆ ਰਿਹਾ ਤੁਹਾਨੂੰ। 2-3 ਦਿਨ ਲਾ ਲਓ SOP ਤੇ, SOP ਜਸਟੀਫਾਈਡ ਹੋਵੇ, ਤੁਹਾਡਾ ਕੋਰਸ ਜਸਟੀਫਾਈਡ ਹੋਵੇ, ਐਲੀਜੀਬਲ ਹੋ, ਤੁਹਾਡਾ ਵੀਜ਼ਾ ਆਊਗਾ ਹੀ ਆਊਗਾ। ਉਦੋਂ ਬਾਅਦ ਆ ਗਈ ਜੀ ਚੌਥੀ ਚੀਜ਼, ਬੜੀ ਹੈਗੀ, ਬੜੀ ਛੋਟੀ ਆ। ਜਿਹੜੇ ਤੁਹਾਡੇ ਕੰਸਲਟੈਂਟਸ ਨੇ, ਕਈ ਵਾਰੀ ਇੰਨੀ ਨੌਲੇਜ ਨਹੀਂ ਹੁੰਦੀ, ਜਾਂ ਨਵਾਂ ਕੰਮ ਹੁੰਦਾ ਕਈਆਂ ਦਾ, ਜਾਂ ਕਈਆਂ ਦਾ ਪ੍ਰੋਫੈਸ਼ਨ ਨਹੀਂ ਇਹ ਹੁੰਦਾ ਐਜੂਕੇਸ਼ਨ, ਬਟ ਉਹ ਮਤਲਬ ਕਿ ਇਸ ਫੀਲਡ 'ਚ ਹੁੰਦੇ ਆ, ਅਤੇ ਕੋਰਸ ਕਿਤੇ ਨਾ ਕਿਤੇ ਤੁਹਾਨੂੰ ਕੋਰਸ ਜਾਂ ਕਾਲਜ ਕੋਈ ਨਾ ਕੋਈ ਗਲਤ ਦੇ ਜਾਂਦੇ ਆ। ਉਹਨਾਂ ਤੋਂ ਬਚੋ। ਹਰੇਕ ਚੀਜ਼ ਤੁਹਾਡੇ ਹੱਥ 'ਚ ਆ। SOP ਤੁਹਾਨੂੰ ਪਤਾ, ਹੁਣ ਕੋਰਸ ਤੁਹਾਨੂੰ ਪਤਾ, ਕਾਲਜ ਤੁਹਾਨੂੰ ਪਤਾ। ਹੁਣ ਗੱਲ ਕਰਦੇ ਹਾਂ ਜੀ 4th ਤੇ ਬੋਨਸ ਪੁਆਇੰਟ ਦੀ, ਜਿਹੜਾ ਉਹ ਸਟੂਡੈਂਟਸ ਲਈ ਆ ਜਿਨ੍ਹਾਂ ਦਾ ਜਨਵਰੀ 2022 ਦਾ ਵੀਜ਼ਾ ਰਿਜੈਕਟ ਹੋਇਆ ਤੇ ਸਿਰਫ ਇੱਕ ਪੁਆਇੰਟ ਆਇਆ ਰਿਜੈਕਸ਼ਨ ਲੈਟਰ 'ਚ, that you will not leave Canada at end of your stay।
ਉਹ ਥੱਲੇ ਦਿੱਤੇ ਗਏ ਨੰਬਰਾਂ ਤੇ ਅੱਜ ਹੀ ਕੰਟੈਕਟ ਕਰੋ। ਸਾਡੇ ਕੰਸਲਟੈਂਟਸ ਨਾਲ ਅਪਾਇੰਟਮੈਂਟ ਬੁੱਕ ਕਰਾਓ। ਇੱਕ ਛੋਟੇ ਜਿਹੇ ਚੇਂਜ ਨਾਲ ਤੁਹਾਡੀ ਵੀਜ਼ਾ ਆਊਟਕਮ ਚੇਂਜ ਹੋ ਸਕਦੀ ਹੈ। ਥੈਂਕ ਯੂ।